ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਵਾਂ ਸ਼ਿਕੰਜਾ ਸਾਹਿਬ ਨਹੀਂ ਲਗਾ ਸਕਣਗੇ ਵਿਦੇਸ਼ ਉਡਾਰੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਸਰਕਾਰ ਵੱਲੋਂ ਲੰਘੇ ਦਿਨ ਸਿਵਲ ਤੇ ਖੁਰਾਕ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਹੈ ਤੇ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਉਹਨਾਂ ਵੱਲੋਂ ਸਾਲ 2006 ਤੋਂ ਕੈਨੇਡਾ ਦੀ ਪੀਆਰਸ਼ਿਪ ਜਿਹੜੀ ਹੈ ਲਈ ਹੋਈ ਸੀ ਤੇ ਅੱਜ ਜਿਹੜਾ ਹੈਗਾ ਲਗਭਗ 16 ਸਾਲ ਬੀਤ ਜਾਣ ਦੇ ਬਾਵਜੂਦ ਇਸ ਗੱਲ ਦੀ ਭਲਕ ਵੀ ਜਿਹੜੀ ਹੈਗੀ ਹੈ ਹਵਾ ਵੀ ਨਿਕਲ ਕੇ ਸਾਹਮਣੇ ਨਹੀਂ ਆਈ ਤੇ ਇਸ ਦੇ ਨਾਲ ਹੀ ਹੋਰ ਗੱਲਾਂ ਵੀ ਕਈ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਗੱਲ ਕਰੀਏ ਤਾਂ ਪਨਸਬ ਦੇ ਵਿੱਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੰਸਪੈਕਟਰ ਦੇ ਖਿਲਾਫ ਪਰਚਾ ਦਰਜ ਹੋਣਾ ਸੀ ਤੇ ਉਹ ਪਰਚਾ ਦਰਜ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਕੈਨੇਡਾ ਚਲੇ ਗਏ ਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਵੱਡੀ ਗਿਣਤੀ 'ਚ ਚਾਹੇ ਮੁਲਾਜ਼ਮ ਨੇ ਚਾਹੇ ਰਾਜਨੇਤਾ ਨੇ ਉਹਨਾਂ ਨੇ ਕੈਨੇਡਾ ਦੀ ਜਾਂ ਹੋਰ ਵੱਖ-ਵੱਖ ਦੇਸ਼ਾਂ ਦੀ ਪੀਆਰ ਜਿਹੜੀ ਹੈਗੀ ਹੈ ਲਈ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਕਿ ਇਹ ਪੂਰਾ ਮਾਜਰਾ ਕੀ ਹੈ ਜਾਂ ਇਸ ਵਿੱਚ ਸੱਚਾਈ ਕਿੰਨੀ ਕੁ ਹੈ। ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਚਰਚਾ ਕਰਨਾ ਚਾਹਾਂਗਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬੀ ਫਿਲਮ ਅਮਰਿੰਦਰ ਗਿੱਲ ਦੀ ਆਈ ਸੀ, ਛੱਲਾ ਮੁੜ ਕੇ ਨਹੀਂ ਆਇਆ। ਬਿਲਕੁਲ। ਤਾਂ ਉਸ ਫਿਲਮ ਦੇ ਇਸ ਟਾਈਟਲ ਨੂੰ ਲੈ ਕੇ ਸਾਡੇ ਕਈ ਪੋਲੀਟੀਸ਼ੀਅਨਾਂ ਨੇ ਉਹਨਾਂ ਪੋਲੀਟੀਸ਼ੀਅਨਾਂ 'ਤੇ ਤੰਜ ਕਸੇ ਸੀ, ਫਿਕਰੇ ਕਸੇ ਸੀ ਜਿਨ੍ਹਾਂ 'ਚੋਂ ਕੋਈ ਈਡੀ ਦੇ ਡਰੋਂ ਅਤੇ ਕੋਈ ਵਿਜੀਲੈਂਸ ਦੇ ਡਰੋਂ ਵਿਦੇਸ਼ ਦੇ ਵਿੱਚ ਬੈਠਾ ਹੈ। ਜੀ। ਚਾਹੇ ਉਹ ਆਪਣੀ ਇਹਨਾਂ ਨੂੰ ਪਰਿਵਾਰਕ ਮਿਲਣੀਆਂ ਦਾ ਨਾਮ ਦੇ ਰਹੇ ਨੇ, ਕੋਈ ਇਲਾਜ ਕਰਾਏ ਜਾਣ ਦੀ ਗੱਲ ਆਖ ਰਿਹਾ ਹੈ, ਪਰ ਕਿਹਾ ਇਹ ਜਾ ਰਿਹਾ ਹੈ, ਚਰਚਾ ਇਹ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਖੌਫ ਹੈ, ਕੋਈ ਨਾ ਕੋਈ ਡਰ ਹੈ, ਜਿਸ ਦੇ ਵਜੋਂ ਉਹਨਾਂ ਨੇ ਜਿਹੜੀ ਆਪਣੀ ਵਿਦੇਸ਼ ਨੂੰ ਇਹ ਉਡਾਨ ਹੈ ਭਰੀ ਹੈ। ਜੀ। ਆਤਿਸ਼, ਜਦੋਂ ਰਵਾਇਤੀ ਪਾਰਟੀਆਂ ਦਾ ਰਾਜ ਸੀ, ਇਹ ਕੋਈ ਨਵੀਂ ਟ੍ਰੈਂਡ ਨਹੀਂ ਹੈ। ਚੇਤੇ ਕਰੋ ਕਿ ਜਦੋਂ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਜੀ। ਤਾਂ ਉਹਨਾਂ ਨੇ ਵੀ ਵਿਜੀਲੈਂਸ ਉਦੋਂ ਕਾਫੀ ਐਕਟਿਵ ਹੋਈ ਸੀ। ਬਹੁਤ ਸਾਰੇ ਜਿਹੜੇ ਕਰਪਸ਼ਨ ਦੇ ਮਸਲੇ ਸੀ ਉਹਨਾਂ ਨੂੰ ਲੈ ਕੇ ਮੁਕੱਦਮੇ ਦਰਜ ਕੀਤੇ ਗਏ ਸੀਗੇ। ਤਾਂ ਉਦੋਂ ਵੀ ਬਹੁਤ ਲੋਕ ਹੈ ਜਿਹੜੇ ਵਿਦੇਸ਼ ਗਏ ਸੀਗੇ ਜਿਨ੍ਹਾਂ ਨੂੰ ਕੋਈ ਡਰ ਹੁੰਦਾ ਹੈ। ਵੈਸੇ ਤਾਂ ਜਦੋਂ ਵੀ ਚੋਣਾਂ ਦੇ ਵਿੱਚ ਜਿਹੜੇ ਲੋਕ ਹਾਰ ਜਾਂਦੇ ਨੇ ਉਹਨਾਂ 'ਚ, ਜਿਵੇਂ ਹੁਣ ਆਹ ਚੋਣਾਂ ਆਪਣੇ ਲੰਘੀਆਂ ਨੇ, ਇਹਨਾਂ 'ਚ ਵੀ ਦੇਖਿਆ ਬਹੁਤ ਲੋਕ ਨਾਲ ਦੀ ਨਾਲ ਵਿਦੇਸ਼ ਚਲੇ ਜਾਂਦੇ ਹੈਗੇ ਨੇ। ਉਹਨਾਂ ਦੇ ਕਾਰਨ ਹੋਰ ਵੀ ਹੋ ਸਕਦੇ ਨੇ, ਪਰ ਜਿਹੜੇ ਪਬਲਿਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਪਰਸੈਪਸ਼ਨ ਬਣੀ ਵੀ ਹੈ, ਜਿਨ੍ਹਾਂ ਦਾ ਲੱਗਦਾ ਸਿਪਟਮ ਦਿਖ ਰਹੇ ਨੇ, ਉਹਨਾਂ 'ਤੇ ਤੰਜ ਹੈ ਇਸ ਕਿਸਮ ਦੇ ਲਾਏ ਜਾ ਰਹੇ ਨੇ। ਕੱਲ੍ਹ ਹੀ ਪੰਜਾਬ ਸਰਕਾਰ ਦਾ ਇੱਕ ਫੈਸਲਾ ਆਇਆ ਜਿਹਦੇ ਵਿੱਚ ਉਹਨਾਂ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਖੁਰਾਕ ਤੇ ਸਪਲਾਈ ਵਿਭਾਗ ਦੇ ਰਾਕੇਸ਼ ਸਿੰਗਲਾ ਜੀ ਨੇ, ਡਿਪਟੀ ਡਾਇਰੈਕਟਰ ਨੇ, ਔਰ ਜਿਨ੍ਹਾਂ ਦੀ ਜਿਹੜੀ ਨੇੜਤਾ ਦੱਸੀ ਜਾ ਰਹੀ ਹੈ ਕਿ ਉਸ ਟਾਈਮ ਦੇ ਜਿਹੜੇ ਫੂਡ ਸਪਲਾਈ ਮਿਨਿਸਟਰ ਸੀ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਨਾਲ, ਤਾਂ ਉਹਨਾਂ ਨੇ ਪਤਾ ਲੱਗਿਆ ਕਿ 2006 ਤੋਂ ਲੈ ਕੇ 2006 ਦੇ ਵਿੱਚ ਉਹਨਾਂ ਨੇ ਪੀਆਰ ਲਈ ਹੋਈ ਸੀ ਫੋਰਨ ਦੀ, ਪਰ ਉਹ ਸਰਵਿਸ ਹੈ ਜਿਹੜੀ ਆਪਣੀ ਇੱਥੇ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਡਿਊਟੀ ਹੈ ਉਹ ਨਿਭਾ ਰਹੇ ਸੀ। ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਸਿਵਲ ਸਰਵਿਸ ਰੂਲਸ ਹੈ ਜਿਹੜੇ 1970 ਦੇ, ਉਹਨਾਂ ਦੀ ਇਹ ਵਾਇਓਲੇਸ਼ਨ ਹੈ ਅਤੇ ਉਹਨਾਂ ਨੂੰ ਇਸ ਵਿਹਾਪ 'ਤੇ ਜਿਹੜਾ ਹੈਗਾ ਬਰਖਾਸਤ ਕਰ ਦਿੱਤਾ ਗਿਆ ਹੈ। ਇਹਦੇ ਨਾਲ ਹੀ ਆਤਿਸ਼, ਕੱਲ੍ਹ ਇੱਕ ਹੋਰ ਮਸਲਾ ਜਿਹੜਾ ਧਿਆਨ 'ਚ ਆਇਆ ਹੈਗਾ, ਮੁਕੱਦਮਾ ਦਰਜ ਹੋਇਆ ਪਟਿਆਲੇ ਦੇ ਵਿੱਚ। ਪਨਸਪ ਦਾ ਇੱਕ ਇੰਸਪੈਕਟਰ ਹੈ ਗੁਰਿੰਦਰ ਸਿੰਘ ਜੀ। ਬਿਲਕੁਲ। ਉਹਨੇ ਦੱਸਿਆ ਜਾ ਰਿਹਾ ਕਿ 3 ਕਰੋੜ ਰੁਪਏ ਦੀ ਜਿਹੜੀ ਅਨਾਜ ਹੈ, ਕਣਕ ਹੈ, ਉਸ ਨੂੰ ਖੁਰਦ-ਬੁਰਦ ਕੀਤਾ ਹੈ। ਉਹ 'ਤੇ ਕੱਲ੍ਹ ਜਿਹੜਾ ਪਨਸਪ ਦੇ ਅਧਿਕਾਰੀਆਂ ਨੇ ਮੁਕੱਦਮਾ ਵੀ ਦਰਜ ਕਰਾਇਆ ਹੈਗਾ। ਕੱਲ੍ਹ ਉੱਥੇ ਫੂਡ ਸਪਲਾਈ ਮਿਨਿਸਟਰ ਨੇ ਵਿਜ਼ਿਟ ਵੀ ਕੀਤਾ ਹੈਗਾ। ਸਾਨੂੰ ਸਾਡੇ ਸਰੋਤਾਂ ਤੋਂ ਪਤਾ ਲੱਗਿਆ ਕਿ ਉਹ 'ਤੇ ਮੁਕੱਦਮਾ ਦਰਜ ਹੋਣ ਤੋਂ ਪਹਿਲਾਂ ਹੀ ਉਹ ਜਿਹੜਾ ਅਧਿਕਾਰੀ ਹੈਗਾ ਉਹ ਆਪਣਾ ਸਾਰਾ ਕੁਛ ਵੇਚ ਵੱਟ ਕੇ ਇੱਥੇ ਉਹ ਵਿਦੇਸ਼ ਚਲਾ ਗਿਆ ਹੈਗਾ। ਤਾਂ ਦੇਖੋ, ਪੰਜਾਬ ਇਸ ਕਰਕੇ ਕਾਫੀ ਚਰਚਾ 'ਚ ਰਿਹਾ ਕਿ ਸਾਡੇ ਬ੍ਰੇਨ ਡਰੇਨ ਹੋ ਰਿਹਾ ਹੈ। ਖਾਸ ਕਰਕੇ 2016 ਤੋਂ ਸਾਡੇ ਬੱਚੇ ਹੈ ਜਿਹੜੇ ਉਹ ਸਟੱਡੀ ਵੀਜ਼ੇ 'ਤੇ ਬਾਹਰ ਵਿਦੇਸ਼ ਪੜ੍ਹਨ ਜਾ ਰਹੇ ਨੇ। ਸਟੂਡੈਂਟਸ ਦੀ ਸਮਝ ਪੈਂਦੀ ਹੈ, ਉਹਨਾਂ ਦਾ ਵਿਦੇਸ਼ ਜਾਣਾ ਸਮਝ ਪੈਂਦਾ ਹੈ, ਕਿਉਂਕਿ ਉਹਨਾਂ ਦੀ ਇੱਕ ਮਜਬੂਰੀ ਹੋ ਸਕਦੀ ਹੈਗੀ ਹੈ, ਜਾਂ ਸਾਡੀਆਂ ਸਰਕਾਰਾਂ ਨੇ ਕੋਈ ਇਸ ਤਰ੍ਹਾਂ ਦਾ ਰੁਜ਼ਗਾਰ ਮੁਖੀ ਮਾਹੌਲ ਹੈ ਉਹ ਪੰਜਾਬ ਦੇ ਵਿੱਚ ਨਹੀਂ ਬਣਾਇਆ, ਜਾਂ ਉਹਨਾਂ ਲਈ ਰੁਜ਼ਗਾਰ ਦੇ ਜਿਹੜੇ ਵਸੀਲੇ ਹੈ ਉਹ ਨਹੀਂ ਪੈਦਾ ਕੀਤੇ, ਜਿਸ ਕਰਕੇ ਸਟੱਡੀ ਵੀਜ਼ੇ 'ਤੇ ਬੱਚੇ ਹੈ ਜਿਹੜੇ ਉਹ ਵਿਦੇਸ਼ ਜਾ ਰਹੇ ਨੇ। ਪਰ ਇਹ ਮਸਲਾ ਇੱਕ ਨਵੀਂ ਕਿਸਮ ਦਾ ਜਿਹੜਾ ਟਰੈਂਡ ਹੈ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹਨਾਂ ਨੇ ਪੀਆਰ ਲਈ ਹੋਈ ਹੈ ਜਾਂ ਗ੍ਰੀਨ ਕਾਰਡ ਹੋਲਡਰ ਨੇ। ਇੱਧਰ ਮਹਿਕਮਿਆਂ ਦੇ ਵਿੱਚ ਜਿਹੜੇ ਖਾਸ ਕਰਕੇ ਮਲਾਈਦਾਰ ਮਹਿਕਮੇ ਨੇ
ਉਹਨਾਂ ਦੇ ਵਿੱਚ ਰਹਿੰਦੇ ਨੇ, ਉਹਨਾਂ 'ਚ ਲੁੱਟਮਾਰ ਕੀਤੀ ਜਾਂਦੀ ਹੈ, ਕਰਪਸ਼ਨ ਕੀਤੀ ਜਾਂਦੀ ਹੈ। ਜਦੋਂ ਲੱਗਦਾ ਕਿ ਕੋਈ ਚੀਜ਼ ਬਾਹਰ ਆਏਗੀ, ਕਿਸੇ ਐਕਸ਼ਨ ਨੂੰ ਫੇਸ ਕਰਨਾ ਪਏਗਾ, ਤਾਂ ਉਹ ਪਹਿਲਾਂ ਜਿਹੜੀ ਤੈਅਸ਼ੁਦਾ ਜਿਹੜੀ ਉਹਨੇ PR ਲਈ ਹੈ ਉਹ 'ਤੇ ਵਿਦੇਸ਼ ਉਡਾਰੀ ਮਾਰ ਜਾਂਦੇ ਨੇ। ਬਿਲਕੁਲ ਇਹ ਇੱਕ ਨਵੀਂ ਕਿਸਮ ਦਾ ਰੁਝਾਨ ਹੈ ਜਿਹੜਾ ਸਟੱਡੀ ਵਿਜੇ ਤੋਂ ਬਾਅਦ ਸਾਡੇ ਸਾਹਮਣੇ ਜਿਹੜਾ ਉਹ ਆਇਆ ਹੈਗਾ। ਤਾਂ ਵਿਜੀਲੈਂਸ ਪੰਜਾਬ ਨੇ ਹੁਣ ਜਿਹੜੇ ਕੱਲ੍ਹ ਪੰਜਾਬ ਸਰਕਾਰ ਦੇ ਐਕਸ਼ਨ ਤੋਂ ਬਾਅਦ ਹੁਣ ਇਹ ਤਿਆਰੀ ਕੀਤੀ ਹੈਗੀ ਹੈ, ਜਾਂ ਉਹ ਪਤਾ ਲੱਗਿਆ ਕਿ ਕੱਲ੍ਹ ਮੰਡੇ ਉਹ ਸਾਰੇ ਡਿਪਾਰਟਮੈਂਟਸ ਨੂੰ ਇੱਕ ਪੱਤਰ ਲਿਖ ਰਹੇ ਨੇ, ਜਿਹਦੇ ਵਿੱਚ ਉਹ ਇੱਕ ਵੇਰਵਾ ਇਕੱਠਾ ਕਰਨਗੇ ਕਿ ਤੁਹਾਡੇ ਮਹਿਕਮੇ ਦੇ ਕਿੰਨੇ ਮੁਲਾਜ਼ਮ ਔਰ ਕਿੰਨੇ ਅਧਿਕਾਰੀਆਂ ਦੇ ਕੋਲ ਨੇ ਜਿਹੜੀ ਫੋਰਨ ਦੀ PR ਲਈ ਹੋਈ ਹੈ ਜਾਂ ਗ੍ਰੀਨ ਕਾਰਡ ਹੋਲਡਰ ਨੇ। ਜੀ। ਤਾਂ ਇਹਦੇ ਵਿੱਚ ਸਾਡੇ ਸਰਕਾਰ ਦੀ ਇੱਕ ਨਲਾਇਕੀ ਵੀ ਸਾਹਮਣੇ ਨਿਕਲ ਕੇ ਸਾਹਮਣੇ ਆਏਗੀ ਕਿ ਅਗਰ ਕੋਈ ਤੁਹਾਡਾ ਬਤੌਰ ਇੰਡੀਆ ਦਾ ਰੈਜ਼ੀਡੈਂਟ ਜੀ ਤੁਹਾਡੀ ਜੌਬ ਕਰ ਰਿਹਾ ਸਰਕਾਰ ਦੇ ਵਿੱਚ, ਤੁਸੀਂ ਉਸਨੂੰ ਮਿਹਨਤਾਂ ਨਾਲ ਉਹਦੀ ਪੇ ਦੇ ਰਹੇ ਹੋ, ਅਤੇ ਨਾਲ ਦੀ ਨਾਲ ਉਸਨੇ ਕਿਵੇਂ ਹਾਸਲ ਕੀਤੀ, ਕਿਹੜੇ ਢੰਗ ਤਰੀਕੇ ਅਖਤਿਆਰ ਕੀਤੇ। ਆਤਿਸ਼, ਮੈਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਇਹ 2015 ਦੀ ਗੱਲ ਹੈਗੀ ਹੈ। ਉਦੋਂ ਵੀ ਇਹ ਮਸਲਾ ਉਸ ਟਾਈਮ ਉੱਠਿਆ ਸੀਗਾ। 15 ਮਈ 2015 ਨੂੰ ਵਿਜੀਲੈਂਸ ਡਿਪਾਰਟਮੈਂਟ ਨੇ, ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ, ਜੀ ਤਾਂ ਉਹਨਾਂ ਨੇ ਮਹਿਕਮਿਆਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸ਼ਨਾਖਤ ਕੀਤੀ ਸੀਗੀ। ਤਾਂ ਵਿਜੀਲੈਂਸ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਨੂੰ ਉਸ ਟਾਈਮ ਰਿਪੋਰਟ, ਇੰਟਰਮ ਰਿਪੋਰਟ ਹੈ ਜਿਹੜੀ ਸਬਮਿਟ ਕੀਤੀ ਸੀ, ਜਿਹਦੇ ਵਿੱਚ ਇਹ ਸਾਹਮਣੇ ਆਇਆ ਸੀ ਆਤਿਸ਼ ਕਿ ਪੰਜਾਬ ਸਰਕਾਰ ਦੇ 130 ਗਜ਼ਟਡ ਔਰ ਨਾਨ ਗਜ਼ਟਡ ਜਿਹੜੇ ਅਧਿਕਾਰੀ ਹੈ ਉਹਨਾਂ ਕੋਲ PR ਸੀ ਜਾਂ ਉਹਨਾਂ ਨੇ ਗ੍ਰੀਨ ਕਾਰਡ ਹੋਲਡਰ ਸਨ। ਇਸ ਤਰ੍ਹਾਂ 170 ਹੈ ਜਿਹੜੇ ਹੋਰ ਇੰਪਲਾਈ ਇਸ ਤਰ੍ਹਾਂ ਆਇਡੈਂਟੀਫਾਈ ਹੋਏ ਸੀ, ਅਤੇ ਟੋਟਲ ਦੱਸਿਆ ਜਾ ਰਿਹਾ ਕਿ ਉਸ ਰਿਪੋਰਟ ਦੇ ਵਿੱਚ ਤਕਰੀਬਨ 800 ਮੁਲਾਜ਼ਮ ਅਤੇ ਅਧਿਕਾਰੀ ਆਇਡੈਂਟੀਫਾਈ ਹੋਏ ਸੀ ਕਿ ਜਿਨ੍ਹਾਂ ਕੋਲੇ ਜਿਹੜੀ ਵਿਦੇਸ਼ਾਂ ਦੀ ਰਿਹਾਇਸ਼ ਦਾ ਸੀਗਾ ਜਾਂ ਆਪਾਂ ਕਹੀਏ ਗ੍ਰੀਨ ਕਾਰਡ ਹੋਲਡਰ ਸੀ। ਜੀ। ਤਾਂ ਹੁਣ ਜਿਹੜੀ ਨਵੀਂ ਕੰਪੇਨ ਅਪਡੇਟ ਡਾਟਾ, ਮੇਰੇ ਇਹਨਾਂ ਦੇ ਜਿਹੜੇ ਵਿਜੀਲੈਂਸ ਦੇ ਮੁਖੀ ਹੈ ਵਰਿੰਦਰ ਕੁਮਾਰ ਜੀ, ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ, ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੀ ਕੱਲ੍ਹ ਵਾਲਾ ਐਕਸ਼ਨ ਹੈਗਾ ਰਕੇਸ਼ ਕੁਮਾਰ ਸਿੰਗਲਾ ਵਾਲਾ, ਜਿਹੜਾ PR ਦਾ ਮਸਲਾ ਸਾਹਮਣੇ ਆਇਆ, ਉਸ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੋਇਆ ਕਿ ਅਸੀਂ ਜਾਣਨਾ ਦੇਖੀਏ ਕਿ ਕਿੰਨੇ ਕਿਸ ਤਰ੍ਹਾਂ ਦੇ ਹੋਰ ਕੇਸ ਅਤੇ ਉਹਨਾਂ ਲੋਕਾਂ ਦੀ ਜਿਹੜੇ ਜਿਨ੍ਹਾਂ ਕੋਲ PR ਹੈ ਉਹਨਾਂ 'ਤੇ ਕਿਸ ਕਿਸਮ ਦੀਆਂ ਪਹਿਲਾਂ ਚਾਰਜਸ਼ੀਟ ਹੋਈਆਂ ਵੀਆਂ ਨੇ, ਜਾਂ ਉਹਨਾਂ ਦਾ ਜਿਹੜਾ ਰਿਕਾਰਡ ਹੈ ਉਹ ਕਲੀਨ ਹੈ ਜਾਂ ਕਿਸ ਕਿਸਮ ਦਾ ਹੈਗਾ। ਸਾਡੇ ਪੋਲੀਟੀਸ਼ੀਅਨ ਵੀ ਆਤਿਸ਼ ਇਸੇ ਰੂਟ ਚਲੇ ਜਾਂਦੇ ਹੈਗੇ ਨੇ, ਸਾਡੇ ਦੂਜੇ ਮਹਿਕਮਿਆਂ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਚਲੇ ਜਾਂਦੇ ਨੇ। ਪਿਛਲੇ ਟਾਈਮ 'ਚ ਤਾਂ ਇਹ ਵੀ ਦੇਖਿਆ ਕਿ ਜਿਹੜੇ ਤੈਅ ਹੁੰਦਾ ਹੈ ਕਿ ਜੀ ਦੇਖੋ ਹੁਣ ਅਕਾਲੀ ਸਰਕਾਰ ਆ ਗਈ, ਜਿਹੜੇ ਕਾਂਗਰਸ ਸਰਕਾਰ ਦੇ ਜਿਹੜੇ ਡਾਊਟਫੁਲ ਕੇਸਿਸ ਹੈ ਉਹ ਸਾਰੇ ਵਿਦੇਸ਼ਾਂ 'ਚ ਜਾ ਕੇ ਬੈਠ ਜਾਂਦੇ ਨੇ। ਉਹ 5 ਸਾਲ ਵਿਦੇਸ਼ ਰਹਿੰਦੇ ਨੇ, ਜਦੋਂ ਸਰਕਾਰ ਚੇਂਜ ਹੁੰਦੀ ਹੈ ਫਿਰ ਦੂਸਰੇ ਚਲੇ ਜਾਂਦੇ ਹੈ, ਫਿਰ ਦੂਸਰੇ ਵਾਪਸ ਆ ਜਾਂਦੇ ਨੇ। ਇਸ ਤਰ੍ਹਾਂ ਦਾ ਜਿਹੜਾ ਵਟਾਂਦਰ ਹੈ ਉਹ ਚੱਲਦਾ ਰਿਹਾ, ਪਰ ਇਹਦੇ ਨਾਲ ਜਿਹੜਾ ਲਾਸ ਹੈ ਉਹ ਪੰਜਾਬ ਦੇ ਖਜ਼ਾਨੇ ਨੂੰ ਹੁੰਦਾ ਹੈ, ਕਿਉਂਕਿ ਤੁਹਾਡੀ ਜਿਹੜੀ ਦਿਆਨਤਦਾਰੀ ਹੈ ਜਾਂ ਤੁਹਾਡੀ ਇਮਾਨਦਾਰੀ ਹੈ ਜਾਂ ਜਿਹੜੀ ਤੁਹਾਡੀ ਕਮਿਟਮੈਂਟ ਹੈ ਉਹ ਸਰਕਾਰ ਪ੍ਰਤੀ ਜਾਂ ਆਪਦੇ ਸਮਾਜ ਪ੍ਰਤੀ ਉਸ ਤਰ੍ਹਾਂ ਦੀ ਨਹੀਂ ਰਹਿੰਦੀ, ਜਦੋਂ ਤੁਹਾਡੇ 'ਚ ਇਹ ਝਾਕ ਬਣੀ ਹੋਵੇ ਕਿ ਅਸੀਂ ਜਿਹੜਾ ਕੱਲ੍ਹ ਨੂੰ ਦੇਰ ਸਵੇਰ ਜੇ ਕੋਈ ਵਿਪਤਾ ਪਏਗੀ ਤਾਂ ਵਿਦੇਸ਼ ਚਲੇ ਜਾਵਾਂਗੇ। ਜੀ ਚਰਨਜੀਤ ਜੀ, ਇਸ ਤੋਂ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਵੀ ਕਿ ਪੰਜਾਬ ਦੇ ਚਾਹੇ ਮੁਲਾਜ਼ਮ ਨੇ ਚਾਹੇ ਅਧਿਕਾਰੀ ਨੇ, ਉਹਨਾਂ ਨੇ ਨੌਕਰੀ ਤਾਂ ਪੰਜਾਬ ਸਰਕਾਰ ਦੀ ਕਰਨੀ ਹੁੰਦੀ ਹੈ, ਭਾਰਤ ਸਰਕਾਰ ਦੀ ਕਰਨੀ ਹੁੰਦੀ ਹੈ, ਤਨਖਾਹ ਉਰੇ ਤੋਂ ਲੈਣੀ ਹੁੰਦੀ ਹੈ, ਉਸ ਦੇ ਬਾਵਜੂਦ ਵੀ ਉਹਨਾਂ ਦਾ ਕਿਤੇ ਨਾ ਕਿਤੇ ਰੁੱਖ ਜਿਹੜਾ ਹੈਗਾ ਵਿਦੇਸ਼ਾਂ ਵੱਲ ਹੁੰਦਾ। ਅਸੀਂ ਜਾਣਨਾ ਚਾਹਾਂਗੇ ਇਹਦਾ ਮੁੱਢ ਕਦੋਂ ਤੋਂ ਵੱਜਣਾ ਸ਼ੁਰੂ ਹੋਇਆ, ਇਹਦੀ ਸ਼ੁਰੂਆਤ ਕਦੋਂ ਤੋਂ ਹੋਈ? ਵੈਸੇ ਤਾਂ ਪਹਿਲਾਂ ਹੀ ਆਤਿਸ਼ ਜਾਂਦੇ ਰਹੇ ਨੇ ਇੰਪਲਾਈਜ਼, ਕੋਈ ਅਲੋਕਾਰੀ ਗੱਲ ਤਾਂ ਨਹੀਂ ਹੈਗੀ ਵਿਦੇਸ਼ ਜਾਣਾ। ਦੇਖੋ, ਕੋਈ ਬੰਦਾ ਇੱਥੇ ਆਪਣੀ ਜੌਬ ਛੱਡ ਕੇ ਚਲਾ ਜਾਵੇ, ਰਿਜ਼ਾਈਨ ਕਰਕੇ ਚਲਾ ਜਾਵੇ, ਆਪਣੀ ਜੌਬ ਪੂਰੀ ਕਰਕੇ ਪੈਨਸ਼ਨ ਲੈ ਕੇ ਚਲਾ ਜਾਵੇ, ਉਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਪਰ 2002 ਦੇ ਵਿੱਚ ਇੱਕ ਸਕੀਮ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ, ਜਿਹੜੀ ਸੀ ਕਿ ਤੁਸੀਂ 5 ਈਅਰ ਅਨਪੇਡ ਲੀਵ ਹੈ ਜਿਹੜੀ ਉਹ ਲੈ ਸਕਦੇ ਹੋ। ਉਹਨੂੰ ਨਾਂ ਦਿੱਤਾ ਗਿਆ ਸੀਗਾ ਸੈਲਫ ਇੰਪਲਾਇਮੈਂਟ ਦਾ। ਤਾਂ ਉਹ ਸਕੀਮ ਦੇ ਵਿੱਚ ਇਹ ਸੀ ਕਿ ਕੋਈ ਵੀ ਅਧਿਕਾਰੀ ਹੈ ਜਾਂ ਮੁਲਾਜ਼ਮ ਹੈ ਉਹ ਵਿਦੇਸ਼ ਅਨਪੇਡ ਲੀਵ ਹੈ 5 ਸਾਲ ਦੀ ਲੈ ਕੇ ਜਾ ਸਕਦਾ ਹੈਗਾ। ਤਾਂ ਉਦੋਂ ਇਹ ਰੁਝਾਨ ਇਹਦੀ ਸ਼ੁਰੂਆਤ ਹੋਈ ਸੀਗੀ। ਉਦੋਂ ਮੈਂ ਦੇਖਦਾ ਰਿਹਾ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਲੁਧਿਆਣੇ ਦੇ ਔਰ ਐਗਰੀਕਲਚਰ ਡਿਪਾਰਟਮੈਂਟ ਦੇ ਬਹੁਤ ਸਾਰੇ ਜਿਹੜੇ ਖੇਤੀ ਵਿਕਾਸ ਅਫਸਰ ਹੈ ਜਾਂ ਖੇਤੀ ਅਫਸਰ ਨੇ ਉਹ ਵਿਦੇਸ਼ਾਂ ਵੱਲ ਕੂਚ ਕਰ ਗਏ ਸੀਗੇ। ਤਾਂ ਉਹਨਾਂ 'ਚੋਂ ਬਹੁਤੇ ਤਾਂ ਜਿਹੜੇ ਆਤਿਸ਼ ਉੱਧਰੋਂ ਵਾਪਸ ਵੀ ਨਹੀਂ ਸੀ ਆਏ। ਉਹਨਾਂ ਦੀ 5 ਸਾਲ ਦਾ ਜਿਹੜਾ ਵਕਫਾ ਹੈ
ਉਹ ਵੀ ਪੂਰਾ ਹੋ ਗਿਆ ਸੀ। ਇਸ ਤਰ੍ਹਾਂ ਵੈਟਰਨਰੀ ਡਿਪਾਰਟਮੈਂਟ ਦੇ, ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਜਿਹੜੇ ਕਾਫੀ ਅਧਿਕਾਰੀ ਹੈ ਜਿਹੜੇ ਉਹ ਚਲੇ ਗਏ ਸੀਗੇ, ਅਤੇ ਐਜੂਕੇਸ਼ਨ ਡਿਪਾਰਟਮੈਂਟ 'ਚੋਂ ਕਾਫੀ ਵੱਡੀ ਪੱਧਰ 'ਤੇ ਜਿਹੜੇ ਅਧਿਆਪਕ ਹੈ ਉਹ ਵਿਦੇਸ਼ ਚਲੇ ਗਏ ਸੀ। ਪਰ ਉਸ ਤੋਂ ਬਾਅਦ 5 ਸਾਲ ਬਾਅਦ ਜਿਹਨਾਂ ਦੀ ਟਾਈਮ ਪੀਰੀਅਡ ਪੂਰਾ ਹੋ ਗਿਆ, ਉਸ ਤੋਂ ਬਾਅਦ ਉਹ ਆਏ ਨਹੀਂ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਹੈ ਜਿਹੜੀ ਕਾਰਵਾਈ ਹੈ ਉਹ ਵੀ ਸ਼ੁਰੂ ਕੀਤੀ ਸੀਗੀ। ਪਰ ਦੇਖਣਾ ਅਤਿਸ਼ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤਨਖਾਹ ਤੁਸੀਂ ਪੰਜਾਬ ਦੇ ਖਜ਼ਾਨੇ 'ਚੋਂ ਲੈਂਦੇ ਹੋ, ਦੇਖੋ ਇਕੱਲੇ ਆਪਾਂ ਕਿਸੇ ਸਾਰੇ ਅਧਿਆਪਕਾਂ ਦੀ ਨਹੀਂ ਗੱਲ ਕਰਦੇ, ਸਾਰੇ ਮੁਲਾਜ਼ਮਾਂ ਜਾਂ ਸਾਰੇ ਅਧਿਕਾਰੀਆਂ ਦੀ ਨਹੀਂ ਗੱਲ ਕਰਦੇ, ਪਰ ਆਪਾਂ ਨੂੰ ਇੱਕ ਗੱਲ ਤਾਂ ਸ਼ੋਅ ਹੁੰਦੀ ਹੈ ਕਿ ਨਾ, ਕਿ ਮੰਨ ਲਓ ਇੱਕ ਅਧਿਆਪਕ ਹੈ, ਅੱਜ ਪਰਮਾਨੈਂਟ ਉਸਦੇ ਕੋਲ ਜੋਬ ਹੈ, ਉਹ ਆਪਣੀ ਜੋਬ ਛੱਡ ਕੇ ਬਾਹਰ ਐਕਸ ਇੰਡੀਆ ਲੀਵ 'ਤੇ ਚਲਾ ਜਾਂਦਾ ਹੈ, ਪਰ ਵਾਪਸ ਨਹੀਂ ਆਉਂਦਾ। ਠੀਕ ਹੈ, ਉਹਨਾਂ ਦੀ ਪਰਸਨਲ ਫੈਮਿਲੀ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ, ਉਹਨਾਂ ਦੀ ਆਪਣੇ ਬੱਚਿਆਂ ਦੀ ਸੈਟਲਮੈਂਟ ਹੋ ਸਕਦੀ ਹੈ, ਪਰ ਦੇਖਣ ਵਾਲਾ ਅਖਲਾਕੀ ਤੌਰ 'ਤੇ ਦੇਖਿਆ ਜਾਵੇ ਕਿ ਤੁਸੀਂ ਆਪਣੇ ਬੱਚਿਆਂ ਦੀ ਸੈਟਲਮੈਂਟ ਲਈ, ਸਾਡੀ ਸੁਸਾਇਟੀ ਦੇ ਬੱਚੇ ਹੈ ਜੇ, ਤੁਹਾਡੇ ਪੰਜਾਬ ਦੇ ਬੱਚੇ ਹੈ, ਖਾਸ ਕਰਕੇ ਜਿਵੇਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤਾਂ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਆ, ਉਹਨਾਂ ਦੇ ਭਵਿੱਖ ਨੂੰ ਦਾਅ 'ਤੇ ਲਾ ਕੇ ਤੁਸੀਂ ਇੰਨੇ ਖੁਦਗਰਜ਼ ਹੋ ਜਾਂਦੇ ਹੋ, ਤੁਸੀਂ ਆਪਣਾ ਜਿਹੜੀ ਡਿਊਟੀ ਹੈ, ਫਰਜ਼ ਹੈ ਸਮਾਜ ਪ੍ਰਤੀ, ਉਹ ਵੀ ਭੁੱਲ ਜਾਂਦੇ ਹੋ, ਜਿਹੜੀ ਆਪਣੀ ਸਰਕਾਰੀ ਡਿਊਟੀ ਹੈ ਉਸ ਨੂੰ ਵੀ ਭੁੱਲ ਜਾਂਦੇ ਹੋ, ਔਰ ਤੁਹਾਡੇ 'ਤੇ ਜਿਹੜਾ ਨਿੱਜ ਹੈ ਉਹ ਭਾਰੂ ਹੋ ਜਾਂਦਾ ਹੈ। ਇੱਕ ਤਾਂ ਇਹ ਗੱਲ ਇਹਦੇ ਨਾਲ ਸਾਹਮਣੇ ਆਉਂਦੀ ਸਾਡੇ ਕੋਲ। ਦੂਸਰਾ ਇਹ ਵੀ ਜਿਹੜੇ ਲੋਕ ਇਸ ਤਰ੍ਹਾਂ ਐਕਸ ਇੰਡੀਆ ਲੀਵ ਲੈ ਕੇ ਚਲੇ ਜਾਂਦੇ ਨੇ ਔਰ ਵਾਪਸ ਨਹੀਂ ਮੁੜਦੇ, ਉਹਦੇ ਨਾਲ ਕੀ ਕਿ ਤੁਹਾਡੀ ਜਿਹੜੀ ਪੋਸਟ 'ਤੇ ਤੁਸੀਂ ਕੰਮ ਕਰਦੇ ਹੋ ਉਹ ਹੋਲਡ ਹੋ ਜਾਂਦੀ ਹੈਗੀ ਹੈ। ਅਗਰ ਉਹ ਪੋਸਟ ਖਾਲੀ ਹੋਏਗੀ ਤਾਂ ਨਵੇਂ ਜਿਹੜੇ ਮੁੰਡੇ ਹੈ, ਨਵੇਂ ਕੁੜੀਆਂ ਨੇ, ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਜਿਹੜੇ ਮਿਲਣਗੇ, ਪਰ ਜੇ ਤੁਸੀਂ ਉਸ ਨੂੰ ਹੋਲਡ ਕਰਤੀ ਤਾਂ ਨਵੀਆਂ ਪੋਸਟਾਂ ਜਿਹੜੀਆਂ ਅਸਾਮੀਆਂ ਉਹ ਨਿਕਲਣਗੀਆਂ, ਉਹਦਾ ਨਿਪਟਾਰਾ ਨਹੀਂ ਹੁੰਦਾ। ਇਸ ਤਰ੍ਹਾਂ ਦੇਖਿਆ ਜਾਵੇ ਇੱਕ ਸਾਇੰਟਿਸਟ ਹੈ ਜਿਵੇਂ ਐਗਰੀਕਲਚਰ ਦਾ, ਤਾਂ ਉਹਨੂੰ ਤਿਆਰ ਕਰਨ 'ਤੇ ਕਿੰਨਾ ਸਰਕਾਰ ਦੇ ਜਿਹੜੇ ਵਸੀਲੇ ਲੱਗਦੇ ਨੇ, ਕਿੰਨੇ ਰਿਸੋਰਸਿਸ ਲੱਗਦੇ ਨੇ ਸਾਡੇ। ਜਦੋਂ ਅਸੀਂ ਤਿਆਰ ਕਰ ਦਿੰਦੇ ਹਾਂ, ਬਿਲਕੁਲ ਉਹਨੇ ਸੁਸਾਇਟੀ ਨੂੰ ਸਰਵ ਕਰਨ ਦਾ ਟਾਈਮ ਆਉਂਦਾ ਤਾਂ ਉਦੋਂ ਵਿਦੇਸ਼ ਚਲਾ ਜਾਂਦਾ ਹੈ। ਤਾਂ ਕਿੰਨਾ ਸਾਡੇ ਰਿਸੋਰਸਿਸ ਵੀ ਇਸ ਤਰ੍ਹਾਂ ਜਿਹੜੇ ਹੈਗੇ ਨੇ ਅਜਾਈ ਚਲੇ ਜਾਂਦੇ ਨੇ। ਇਹ ਤੋਂ ਇਲਾਵਾ ਜਿਹੜੇ ਪੰਜਾਬ ਸਿਵਲ ਸਰਵਿਸ ਰੂਲਸ ਹੈਗੇ ਨੇ, ਉਹਨਾਂ ਦੀ ਵਾਇਓਲੇਸ਼ਨ ਤਾਂ ਸਾਡੇ ਸਾਹਮਣੇ ਹੈਗੀ ਹੈ। ਆਤਿਸ਼, ਚਲੋ ਇਹ ਤਾਂ ਪਹਿਲਾਂ ਸਾਡੇ ਬੱਚੇ ਇੱਥੇ ਪੜ੍ਹਦੇ ਸੀਗੇ, ਜਾਣ ਦੀ ਲੋੜ ਨਹੀਂ ਸੀ। ਜਿਵੇਂ ਹੁਣ ਵਾਲੇ ਮੁੱਖ ਮੰਤਰੀ ਵੀ ਬੜਾ ਇਹ ਦਾਅਵਾ ਕਰਦੇ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ, ਬੱਚੇ ਬਾਹਰ ਨਹੀਂ ਜਾਣਗੇ, ਪਰ ਜਿਹੜਾ ਟ੍ਰੈਂਡ ਹੈ ਉਹ ਹਲੇ ਵੀ ਨਹੀਂ ਰੁਕਿਆ। ਮਤਲਬ ਇਸ ਤਰ੍ਹਾਂ ਕਹਿਣ ਨਾਲ ਤਾਂ ਕੁਛ ਰੁਕਣਾ ਨਹੀਂ ਨਾ। ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ, ਜੋ ਮਰਜ਼ੀ ਟਾਰਾਂ ਮਾਰੀ ਜਾਵੇ, ਉਸ ਤੋਂ ਪਹਿਲਾਂ ਸਾਨੂੰ ਇੱਕ ਮਾਹੌਲ ਸਿਰਜਣਾ ਪਏਗਾ ਪੰਜਾਬ ਦੀ ਧਰਤੀ 'ਤੇ। ਸਾਨੂੰ ਲੱਗੇਗਾ ਕਿ ਸਾਡੇ ਕੋਲ ਇੱਕ ਰੁਜ਼ਗਾਰ ਦਾ ਇੱਕ ਅਪਰਚੂਨਿਟੀਆਂ ਇੱਥੇ ਬਹੁਤ ਹੈਗੀਆਂ ਸਾਡੇ ਕੋਲ ਵੈਸੇ ਰੁਜ਼ਗਾਰ ਤਾਂ ਅਸੀਂ ਜਿਹੜੇ ਪਹਿਲਾਂ ਦਿੱਤੇ ਉਹਨਾਂ ਤੋਂ ਲਈ ਜਾਂਦੇ ਹੈਗੇ, ਜਾਂ ਕੱਚੇ ਆ ਉਹਨਾਂ ਨੂੰ ਅਸੀਂ ਪੱਕੇ ਨਹੀਂ ਕਰ ਰਹੇ। ਟੈਂਕੀਆਂ 'ਤੇ ਮੁੰਡੇ ਜਿਹੜੇ ਸੰਗਰੂਰ 'ਚ ਨਿੱਤ ਧਰਨੇ ਮੁਜ਼ਾਹਰੇ ਹੋ ਰਹੇ ਨੇ। ਤਾਂ ਜੇ ਸਾਡਾ ਮਾਹੌਲ ਇੱਕ ਸਾਜ਼ਗਾਰ ਬਣਾਵਾਂਗੇ, ਪਹਿਲਾਂ ਕੌਨਫੀਡੈਂਸ ਬਿਲਡ ਕਰਨਾ ਪਏਗਾ ਸਾਡੇ ਸਟੂਡੈਂਟਸ ਦੇ ਵਿੱਚ ਕਿ ਠੀਕ ਹੈ, ਇੱਥੇ ਤੁਹਾਡੇ ਲਈ ਜੋਬ ਮਿਲਣਗੀਆਂ। ਸਾਡੇ ਇੰਡਸਟਰੀ ਹੈ ਜਿਹੜੀ ਨਵੀਂ, ਉਹ ਨਹੀਂ ਹਜੇ ਤੱਕ ਆ ਰਹੀ। ਸਾਨੂੰ ਲੱਗੇ ਤਾਂ ਸਹੀ, ਸਾਈਕੋਲੋਜੀਕਲੀ ਅਸੀਂ ਤਿਆਰ ਤਾਂ ਹੋਈਏ। ਜਿਹੜਾ ਉਹ ਰੁਝਾਨ ਹੈ ਉਹ ਹਜੇ ਵੀ ਉਵੇਂ ਹੀ ਜਾਰੀ ਹੈ। ਅਸੀਂ ਇੱਕ ਡਾਟਾ ਦੇਖਿਆ ਸੀ 2016 ਤੋਂ ਲੈ ਕੇ 2021 ਦੇ 5 ਵਰ੍ਹਿਆਂ ਦਾ। ਅਤਿਸ਼ ਹੈਰਾਨ ਹੋਗੇ ਕਿ 2,62,000 ਸਾਡੇ ਪੰਜਾਬ ਦੇ ਜਿਹੜੇ ਸਟੂਡੈਂਟ ਹੈ ਉਹ ਵਿਦੇਸ਼ਾਂ 'ਚ ਪੜ੍ਹਨ ਲਈ ਚਲੇ ਗਏ ਨੇ ਹੁਣ ਤੱਕ। ਜੇ ਆਪਾਂ ਇੰਪਲਾਇਮੈਂਟ ਵੀਜ਼ੇ ਵਾਲਿਆਂ ਦੀ ਗੱਲ ਕਰ ਲਈਏ ਅਤੇ ਦੋਨਾਂ ਨੂੰ ਮਿਕਸ ਕਰ ਲਈਏ ਤਾਂ ਤਕਰੀਬਨ 7,40,000 ਸਟੂਡੈਂਟ ਔਰ ਲੋਕ ਜਿਹੜੇ ਇੰਪਲਾਇਮੈਂਟ ਵੀਜ਼ਾ 'ਤੇ ਗਏ ਨੇ ਪਿਛਲੇ 5 ਸਾਲਾਂ ਦੇ ਵਿੱਚ, ਉਹ ਜਿਹੜੇ ਵਿਦੇਸ਼ ਜਾ ਬੈਠੇ ਨੇ। ਇਹ ਵੱਡੀ ਗਿਣਤੀ ਹੈਗੀ ਹੈ। ਹੁਣ ਦੇਖੋ, ਆਪਾਂ ਜਦੋਂ ਛੁੱਟੀਆਂ ਆਉਂਦੀਆਂ ਗਰਮੀਆਂ ਦੀਆਂ, ਸਰਦੀਆਂ ਦੀਆਂ ਆਉਂਦੀਆਂ ਨੇ, ਤਾਂ ਬਹੁਤ ਸਾਰੇ ਟੀਚਰ ਹੈ ਜਿਹੜੇ ਜਾਂ ਮੁਲਾਜ਼ਮ ਹੈ, ਉਹ ਆਪਣੇ ਬੱਚਿਆਂ ਨੂੰ ਮਿਲਣ ਵਾਸਤੇ ਵਿਦੇਸ਼ ਜਾਂਦੇ ਨੇ। ਇਸ ਵਾਰ ਅਸੀਂ ਇੱਕ ਅੰਕੜੇ 'ਤੇ ਨਿਗਾਹ ਮਾਰੀ ਕਿ 3500 ਅਧਿਆਪਕਾਂ ਨੇ ਐਕਸ ਇੰਡੀਆ ਲੀਵ ਵਾਸਤੇ ਅਪਲਾਈ ਕੀਤਾ ਸੀ ਅਤੇ 1550 ਦੀ ਰਿਜੈਕਟ ਕਰ ਦਿੱਤੀ, ਕਿਉਂਕਿ ਹੁਣ ਸਰਕਾਰ ਵੀ ਥੋੜ੍ਹੀ ਜਿਹੀ ਅਤਿਸ਼ ਸਖਤ ਹੋਈ ਹੈ। ਉਹਨਾਂ ਨੇ ਵੀ ਕਹਿ ਦਿੱਤਾ ਕਿ ਤੁਸੀਂ ਐਕਸ ਇੰਡੀਆ ਲੀਵ 'ਤੇ ਜਾਣਾ ਅਤੇ ਤੁਹਾਡਾ ਵਿਜ਼ਟਰ ਵੀਜ਼ਾ ਹੋਣਾ ਚਾਹੀਦਾ ਹੈਗਾ। ਇਹ ਨਾ ਹੋਵੇ ਕਿ ਤੁਹਾਡੀ PR ਤੁਹਾਨੂੰ ਮਿਲੀ ਹੋਵੇ, ਤੁਸੀਂ ਵਾਪਸ ਹੀ ਨਾ ਆਓ। ਤਾਂ ਸਰਕਾਰ ਨੇ ਵੀ ਜਿੱਥੇ ਥੋੜ੍ਹੇ ਕਦਮ ਉਠਾਉਣੇ ਸ਼ੁਰੂ ਕੀਤੇ ਨੇ, ਉੱਥੇ ਬੱਚਿਆਂ ਦੀ ਅਸੀਂ ਮਜਬੂਰੀ ਸਮਝਦੇ ਹਾਂ। ਪਰ ਜਿਹੜੇ ਦੂਸਰੇ ਲੋਕ ਹੈ, ਜਿਹੜੇ ਲੁੱਟਮਾਰ ਕਰਕੇ ਚਲੇ ਜਾਂਦੇ ਨੇ, ਪੰਜਾਬ ਦੇ ਵਸੀਲਿਆਂ ਦੀ ਲੁੱਟ ਕਰਦੇ ਨੇ, ਉਹਨਾਂ ਵੱਲ ਵੀ ਸਰਕਾਰ ਨੂੰ ਥੋੜ੍ਹੇ ਜਿਹੇ ਸਖਤ ਕਦਮ ਹੈ ਜਿਹੜੇ ਉਹ ਲੈਣੇ ਪੈਣਗੇ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਚਾਹੇ ਮੁਲਾਜ਼ਮ ਹੋਣ, ਚਾਹੇ ਅਧਿਕਾਰੀ, ਚਾਹੇ ਉਹ ਖੇਤੀਬਾੜੀ ਵਿਭਾਗ ਦੇ ਸੀ, ਪਸ਼ੂ ਪਾਲਣ ਦੇ ਸੀ, ਸਿੱਖਿਆ ਦੇ ਸੀ, ਜਾਂ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਜਿਹੜੇ ਐਕਸ ਇੰਡੀਆ ਲੀਵ 'ਤੇ ਗਏ ਪਰ ਵਾਪਸ ਹੀ ਨਹੀਂ ਆਏ, ਉਸ ਨਾਲ ਸਾਡੇ ਪੰਜਾਬ ਦੇ ਸਮਾਜਿਕ, ਆਰਥਿਕ, ਰੁਜ਼ਗਾਰ
ਕਈ ਤਰ੍ਹਾਂ ਦਾ ਜਿਹੜਾ ਹੈਗਾ ਅਸਰ ਦੇਖਣ ਨੂੰ ਮਿਲਿਆ। ਫਿਰ ਉਸ ਤੋਂ ਇਲਾਵਾ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਨੇ। ਇਹ ਸਾਰੇ ਮਸਲੇ ਦਾ ਹੱਲ ਕੀ ਹੋ ਸਕਦਾ? ਸਰਕਾਰ ਨੂੰ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ? ਦੇਖੋ, ਜਿਹੜੇ ਤਾਂ ਬੱਚੇ ਸਟੂਡੈਂਟ ਵੀਜ਼ੇ ਤੇ ਜਾਂਦੇ ਉਹ ਤਾਂ ਆਪਾਂ ਜਿਸ ਤਰ੍ਹਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਉਹ ਜਾਂਦੇ ਕਿਉਂ ਨਹੀਂ, ਉਹਨਾਂ ਨੂੰ ਕਿਉਂ, ਕਿਹੜੀ ਮਜਬੂਰੀ 'ਚ ਜਾਣਾ ਪੈ ਰਿਹਾ, ਉਸ ਤੋਂ ਪਹਿਲਾਂ ਕਿਉਂ ਨਹੀਂ ਸੀ ਜਾਂਦੇ। ਅਤਿਸ਼ 2002 ਜਾਂ ਮੈਂ 5 ਤੱਕ ਦਾ ਆਪਾਂ ਕਹਿ ਸਕਦੇ ਹਾਂ, ਉਦੋਂ ਤੱਕ ਸਰਕਾਰੀ ਜੌਬਸ ਆ ਜਿਹੜੀਆਂ ਅਲੱਗ-ਅਲੱਗ ਖੇਤਰਾਂ ਦੇ ਵਿੱਚ, ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਨਿਕਲਦੀਆਂ ਰਹਿੰਦੀਆਂ ਸੀ, ਐਡਜਸਟਮੈਂਟ ਹੁੰਦੀ ਰਹਿੰਦੀ ਸੀਗੀ। ਕਿਉਂਕਿ ਹੁਣ ਅਸੀਂ ਡਿਗਰੀ ਕੋਰਸਿਸ ਇੰਨੇ ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਕਰਾ ਦਿੱਤੇ, ਉਹਦੇ ਨਾਲ ਸਾਡੀ ਉਨੀ ਡਿਮਾਂਡ, ਅਸੀਂ ਅੱਗੇ ਉਹਦੀ ਭਰਪਾਈ ਕਰ ਨਹੀਂ ਰਹੇ, ਇੱਕ ਗੈਪ ਪੈ ਗਿਆ, ਨਵਾਂ ਰੁਜ਼ਗਾਰ ਨਹੀਂ ਦੇ ਰਹੇ, ਤਾਂ ਬੱਚਿਆਂ ਨੂੰ ਲੱਗਦਾ ਕਿ ਇੱਥੇ ਕੋਈ ਭਵਿੱਖ ਨਹੀਂ ਹੈਗਾ। ਉੱਪਰੋਂ ਇੱਥੇ ਕੀ ਹੋ ਗਿਆ, ਜਿਸ ਤਰ੍ਹਾਂ ਪਿਛਲੇ ਟਾਈਮ ਦੇ ਵਿੱਚ ਜਾਂ ਹੁਣ ਵੀ ਚੱਲਿਆ ਗੈਂਗਸਟਰ ਕਲਚਰ ਆ ਗਿਆ ਸਾਡੇ, ਜਾਂ ਨਸ਼ੇ ਬਹੁਤ ਆ ਗਏ। ਹਰ ਪਰਿਵਾਰ ਡਰਦਾ ਕਿ ਸਾਡੇ ਆਪਣੇ ਬੱਚਿਆਂ ਨੂੰ ਅਸੀਂ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚਾਈਏ। ਇਹ 2-3 ਫੈਕਟਰਾਂ ਕਰਕੇ ਬੱਚੇ ਆ ਜਿਹੜੇ ਬਾਹਰ ਜਾ ਰਹੇ ਨੇ। ਜਿੱਥੋਂ ਤੱਕ ਮੁਲਾਜ਼ਮਾਂ ਦਾ ਜਾਂ ਅਧਿਕਾਰੀਆਂ ਦੀ ਗੱਲ ਹੈ, ਜਿਸ ਤਰ੍ਹਾਂ ਨਵਾਂ ਟ੍ਰੈਂਡ ਦੀ ਆਪਾਂ ਗੱਲ ਕੀਤੀ ਹੈਗੀ ਹੈ, ਇਹਨਾਂ ਦੇ ਹੱਲ ਲਈ ਤਾਂ ਸਾਡੇ ਕੋਲ ਇੱਕ ਬੜਾ ਵਧੀਆ ਇਹ ਹੈਗਾ ਕਿ ਜਿਹੜਾ ਪੰਜਾਬ ਸਿਵਲ ਸਰਵਿਸ ਰੂਲਸ ਦਾ ਹੈਗਾ, ਪਨਿਸ਼ਮੈਂਟ ਐਂਡ ਅਪੀਲਸ 1970, ਉਹਦੇ ਵਿੱਚ ਅਮੈਂਡਮੈਂਟ ਕਰ ਦੇਣੀ ਚਾਹੀਦੀ ਹੈ। ਕਿਉਂਕਿ ਜਦੋਂ ਕੋਈ ਮੁਲਾਜ਼ਮ ਬਾਹਰ ਚਲਾ ਜਾਂਦਾ ਹੈਗਾ ਤਾਂ ਉਸ ਨੂੰ ਵਾਪਸ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ, ਉਹ ਇੱਕ ਲੰਬੀ ਜਿਹੜੀ ਲੌਂਗ ਪ੍ਰੋਸੈਸ ਹੈਗਾ ਜੀ, ਉਹ ਬਹੁਤ ਟਾਈਮ ਲੱਗ ਜਾਂਦਾ। ਪਹਿਲਾਂ ਤੁਸੀਂ ਨੋਟਿਸ ਹੀ ਸਰਵ ਨਹੀਂ ਹੁੰਦਾ ਉਹਨਾਂ ਨੂੰ ਕਿ ਨੋਟਿਸ, ਤੁਸੀਂ ਕੋਈ ਬੰਦਾ ਬਾਹਰ ਬੈਠਾ ਹੈ, ਨੋਟਿਸ ਕਿਵੇਂ ਦਿਓ, ਫਿਰ ਤੁਸੀਂ ਪੇਪਰ 'ਚ ਦਿੰਦੇ ਹੋ, ਇੱਕ ਪ੍ਰਕਿਰਿਆ ਤੈਅ ਕਰਦੇ ਹੋ ਪੂਰੀ। ਉਹਨੂੰ ਅਮੈਂਡਮੈਂਟ ਕਰਕੇ, ਖਾਸ ਕਰਕੇ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਫੌਰੀ ਐਕਸ਼ਨ ਲੈ ਜਾਣ ਦੀ ਕੋਈ ਪ੍ਰੋਵੀਜ਼ਨ ਹੈ ਜਿਹੜੀ ਉਹ ਰੱਖੀ ਜਾਣੀ ਬਣਦੀ ਹੈਗੀ ਹੈ। ਇਸ ਤਰ੍ਹਾਂ ਜਿਹੜੀਆਂ ਆਪਾਂ ਪਿੱਛੇ ਸਰਕਾਰ ਨੇ ਇੱਕ ਫੈਸਲਾ ਕੀਤਾ ਸੀ ਕਿ 1 MLA 1 ਪੈਨਸ਼ਨ, ਤਾਂ ਇਹਨਾਂ ਕੇਸਾਂ ਦੇ ਵਿੱਚ ਵੀ ਇਹ ਲੱਗਦਾ ਹੈਗਾ ਕਿ ਇਹਦੀ ਵੀ ਲਾਗੂ ਕਰ, ਜਿਵੇਂ ਬਹੁਤ ਸਾਰੇ ਪੋਲੀਟੀਸ਼ੀਅਨ ਹੈ ਸਾਡੇ, ਇਕੱਲੇ ਪੰਜਾਬ ਦੇ ਨਹੀਂ, ਸਾਡੇ ਦੇਸ਼ ਦੇ, ਜਿਹੜੇ ਪੋਲੀਟਿਕਸ ਤੋਂ ਬਾਹਰ ਹੋ ਗਏ, ਕੋਈ MLA ਸੀ, ਕੋਈ MP ਸੀ, ਉਹ ਵਿਦੇਸ਼ ਸੈਟਲ ਹੋ ਗਿਆ। ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਿਹੜੀ ਸੋਸ਼ਲ ਸਿਕਿਉਰਿਟੀ ਹੈ, ਉਹਦੀ ਪੈਨਸ਼ਨ ਹੈ, ਉਹ ਮਿਲਦੀ ਹੈਗੀ ਹੈ, ਪਲੱਸ ਉਹਨਾਂ ਨੂੰ ਇੱਧਰ MP ਵਾਲੀ ਪੈਨਸ਼ਨ ਔਰ MLA ਵਾਲੀ ਪੈਨਸ਼ਨ ਵੀ ਮਿਲ ਰਹੀ ਹੈ। ਚਾਹੇ ਠੀਕ ਹੈ ਕਿ ਉਹਨੇ ਇੱਧਰ ਸਰਵ ਕੀਤਾ ਹੈ, ਅਕੋਰਡਿੰਗ ਟੂ ਲਾ ਮਿਲਦੀ ਹੈਗੀ ਹੈ, ਪਰ ਇੱਕੋ ਟਾਈਮ ਉਧਰਲੀ ਗਵਰਨਮੈਂਟ ਵੀ ਉਹਨਾਂ ਨੂੰ ਫੈਸਿਲਿਟੀ ਦੇ ਰਹੀ ਹੈਗੀ ਹੈ ਅਤੇ ਅਸੀਂ ਵੀ ਦੇ ਰਹੀ ਹੈ। ਇਹਦੇ ਵਾਸਤੇ ਵੀ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ। ਬਾਕੀ ਸਾਡੇ ਜਿਹੜੇ ਇੰਪਲਾਈ ਜਾਂ ਅਧਿਕਾਰੀ ਜਾਂਦੇ ਹੈਗੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਅੱਜ ਦੇ ਜ਼ਮਾਨੇ 'ਚ ਕਿ ਜਦੋਂ ਜੋਬ ਉਹਨਾਂ ਦੇ ਖੁਦ ਦੇ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਜੋਬ ਲੈਣ ਲਈ, ਅਤੇ ਜਿਹੜੀ ਉਹਨਾਂ ਨੂੰ ਰੈਗੂਲਰ ਜੋਬ ਹੈ ਉਹਨਾਂ ਨੂੰ ਮਿਲੀ ਹੋਈ ਹੈ, ਉਹਨਾਂ 'ਤੇ ਡਿਊਟੀ ਉਹਨਾਂ ਨੂੰ ਤਨਦੇਹੀ ਨਾਲ, ਇਮਾਨਦਾਰੀ ਨਾਲ ਨਿਭਾਉਣੀ ਬਣਦੀ ਹੈਗੀ ਹੈ। ਉਹਨਾਂ ਨੂੰ ਦੇਖਣਾ ਬਣਦਾ ਹੈ ਕਿ ਨਿੱਤ ਇੱਥੇ ਕਿੰਨੇ ਮੁਜ਼ਾਹਰੇ ਹੁੰਦੇ ਨੇ, ਕਿੰਨੇ ਅਨਇੰਪਲਾਇਡ ਯੂਥ ਹੈ ਜਿਹੜਾ ਉਹ ਜੇਲ੍ਹਾਂ ਚਲਾ ਜਾਂਦਾ, ਉਹਨਾਂ 'ਤੇ ਪਰਚੇ ਦਰਜ ਹੁੰਦੇ ਨੇ। ਸਾਰੀਆਂ ਇਹਨਾਂ ਗੱਲਾਂ ਨੂੰ ਖਿਆਲ 'ਚ ਰੱਖ ਕੇ ਉਹਨਾਂ ਕੋਲ ਤਾਂ ਪ੍ਰੈਕਟੀਕਲ ਆਪਣੇ ਘਰ ਦੀ ਐਗਜ਼ਾਮਪਲ ਹੁੰਦੀ ਹੈ ਕਿ ਉਹਨਾਂ ਨੂੰ ਆਪਣਾ ਬੱਚਾ ਬਾਹਰ ਕਿਉਂ ਭੇਜਣਾ ਪੈ ਰਿਹਾ ਹੈਗਾ। ਇਸੇ ਕਰਕੇ ਰੁਜ਼ਗਾਰ ਨਹੀਂ, ਜੇ ਉਹਨਾਂ ਕੋਲ ਪਰਮਾਨੈਂਟ ਰੁਜ਼ਗਾਰ ਹੈ ਤਾਂ ਉਹਨਾਂ ਨੂੰ ਆਪਣੀ ਜਿਹੜੀ ਕਮਿਟਮੈਂਟ ਹੈ ਆਪਣੇ ਸੂਬੇ ਪ੍ਰਤੀ, ਆਪਣੇ ਸਮਾਜ ਪ੍ਰਤੀ ਨਿਭਾਉਣੀ ਚਾਹੀਦੀ ਹੈ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।